हेलो फ्रेंड्स, अज अस CRPC के सैक्शन 84 तो लैके 86 तक स्टडी करांगे, डिस्कशन करांगे, ये बारे दसांगे कि की है। तो साढ़े को सैक्शन है जी 84 84 क्लेम्स एंड ऑब्जैक्शनस टू अटैचमेंट। हुण ये सानूं दस्सिया गया है कि अगर किसी व्यक्ति की कोई प्रॉपर्टी है जिहड़ा इश्तिहारी है उसकी कुर्की हो रही हैगी है, उहदे विच अगर किसी होर व्यक्ति का कोई इंटरस्ट हैगा वा या कोई दा हित हैगा तो वो उस प्रॉपर्टी नूं किस तरीके नाल कुर्क होण तो रोक सकेगा या उहदे विच की कार्रवाई होगी, वो असीं इन्हां सैक्शनां दे विच अज स्टडी करांगे। तो हुण साडे कोल सब तो पहला सैक्शन आंदा जी सैक्शन 84 है जी क्लेम्स एंड ऑब्जैक्शनस टू अटैचमेंट। कुर्की दे बारे कोई भी किसी तरह का इतराज या कोई दावा करना कि प्रॉपर्टी मेरी है, वो बारे सानू इस सैक्शन की है वो असीं पढ़न लगे जी। नंबर 1 है जी सब सैक्शन, इफ एनी क्लेम्स इज प्रेफर्ड टू और ऑब्जेक्शन मेड टू द अटैचमेंट ऑफ एनी प्रॉपर्टी अटैच्ड अंडर सैक्शन 83 within 6 months from the date of such attachment by any person other than the proclaimed person or the ground that the claimant or objector has an interest in such properties। तो ਹੁਣ ਇਹਦੇ ਵਿੱਚ ਸਾਨੂੰ ਕੀ ਦੱਸਿਆ ਗਿਆ, ਕਹਿੰਦਾ ਕਿ ਅਗਰ ਕੋਈ ਕੁਰਕ ਹੋਈ ਪ੍ਰੋਪਰਟੀ ਦੇ ਵਿੱਚ ਕੋਈ ਵਿਅਕਤੀ ਇਹ ਦਾਵਾ ਕਰਦਾ ਹੈ ਜਾਂ ਕੋਈ ਇਤਰਾਜ਼ ਜਤਾਉਂਦਾ ਹੈ ਉਸ ਪ੍ਰੋਪਰਟੀ ਦੇ ਬਾਰੇ, ਤਾਂ ਉਹ ਧਾਰਾ ਜਿਹੜੀ ਸਾਡੀ 83 ਹੈਗੀ ਹੈ ਉਹਦੇ ਮੁਤਾਬਕ 6 ਮਹੀਨਿਆਂ ਦੇ ਅੰਦਰ ਅੰਦਰ ਜਦੋਂ ਕੁਰਕੀ ਦਾ ਆਰਡਰ ਹੋਇਆ ਹੈ ਤਾਂ ਉਹਦੇ ਵਿੱਚ ਆਪਣਾ ਰਾਈਟ ਜਿਹੜਾ ਹੈਗਾ ਉਹ ਕਲੇਮ ਕਰ ਸਕਦਾ ਹੈਗਾ। ਕਹਿੰਦਾ ਔਨ ਦੀ ਗਰਾਊਂਡ ਦੈਟ ਦੀ ਕਲੇਮੈਂਟ ਔਰ ਆਬਜੈਕਟਰ ਹੈਜ਼ ਐਨ ਇੰਟਰਸਟ ਕੋਈ ਉਹਦਾ ਅਗਰ ਹੈਗਾ ਪ੍ਰੋਪਰਟੀ ਦੇ ਵਿੱਚ ਤਾਂ ਉਹ ਕਲੇਮ ਉਹਨੂੰ ਕਰ ਸਕਦਾ, ਉਸ ਨੂੰ ਰਾਈਟ ਹੈਗਾ ਹੈ ਕਿਸੇ ਵੀ ਵਿਅਕਤੀ ਨੂੰ ਜੇਕਰ ਕਿਸੇ ਦੀ ਪ੍ਰੋਪਰਟੀ ਕੋਈ ਪ੍ਰੋਪਰਟੀ ਦੇ ਵਿੱਚ ਉਹਦਾ ਕੋਈ ਇੰਟਰਸਟ ਹੈ, ਕੋਈ ਹਿੱਤ ਹੈ। ਇਸ ਤੋਂ ਬਾਅਦ ਇਹ ਵੀ ਦੱਸਿਆ ਗਿਆ ਕਿ ਪਰ ਉਹ ਵਿਅਕਤੀ ਪ੍ਰੋਕਲੇਮਡ ਅਫੈਂਡ ਇਸ਼ਤਿਹਾਰੀ ਜਿਹੜੇ ਵਿਅਕਤੀ ਨੂੰ ਘੋਸ਼ਿਤ ਕੀਤਾ ਗਿਆ ਜਿਹਦੀ ਕੁਰਕੀ ਹੋ ਰਹੀ ਹੈ ਪ੍ਰੋਪਰਟੀ ਦੀ, ਉਹ ਨਹੀਂ ਹੋਣਾ ਚਾਹੀਦਾ। ਠੀਕ ਹੈ ਜੀ। ਅੱਗੇ ਹੈ ਜੀ ਐਂਡ ਦੈਟ ਸੱਚ ਇੰਟਰਸਟ ਇਜ਼ ਨੋਟ ਲਾਇਬਲ ਟੂ ਅਟੈਚਮੈਂਟ ਅੰਡਰ ਸੈਕਸ਼ਨ 83 ਦੀ ਕਲੇਮ ਔਰ objection shall be inquired into and may be allowed or disallowed in whole or in part। ਤਾਂ ਜਿਹੜੀ ਕੋਰਟ ਹੈਗੀ ਆ ਉਹ ਇਸ ਦੀ ਇਨਕੁਆਇਰੀ ਕਰੇਗੀ। ਜਿਹੜਾ ਵੀ ਕੋਈ ਬੰਦਾ ਕੋਈ ਵਿਅਕਤੀ ਅਗਰ ਕਹਿ ਰਿਹਾ ਕਿ ਇਹਦੇ ਵਿੱਚ ਮੇਰਾ ਵੀ ਰਾਈਟ ਜਿਹੜਾ ਹੈਗਾ ਪ੍ਰੋਪਰਟੀ ਦੇ ਵਿੱਚ ਬਣਦਾ ਹੈਗਾ ਜਾਂ ਜਿਹੜੀ ਕੋਈ ਪ੍ਰੋਪਰਟੀ ਆ ਉਹਦੇ ਵਿੱਚ ਕਿਸੇ ਤਰੀਕੇ ਦੇ ਨਾਲ ਮੇਰਾ ਵੀ ਹਿੱਸਾ ਹੈਗਾ, ਤਾਂ ਉਹਦੀ ਇਨਕੁਆਇਰੀ ਕਰੇਗੀ ਕੋਰਟ। ਉਹ ਕੋਰਟ ਜਿਹੜੀ ਹੈਗੀ ਉਹਨੂੰ ਮਨਜ਼ੂਰ ਵੀ ਕਰ ਸਕਦੀ ਹੈ ਹਿੱਤ ਨੂੰ ਤੇ ਨਾ ਮਨਜ਼ੂਰ ਵੀ ਕਰ ਸਕਦੀ ਹੈ। ਅੱਗੇ ਆ ਗਿਆ ਜੀ ਸਾਡੇ ਕੋਲ ਪ੍ਰੋਵਾਈਡਡ ਦੈਟ ਐਨੀ ਕਲੇਮ ਪ੍ਰੈਫਰਡ or objection made within the period allowed by this subsection may, in the event of the death of the claimant or objector, be continued by his legal representatives। ਤਾਂ ਇੱਥੇ ਸਾਨੂੰ ਕਹਿੰਦਾ ਕਿ ਬਸ਼ਰਤੇ ਜਿਹੜਾ ਕਲੇਮ ਹੈਗਾ ਜਾਂ ਪ੍ਰੈਫਰ ਅਗਰ ਕੋਈ ਵਿਅਕਤੀ ਜਿਹੜਾ ਹੈਗਾ ਕਲੇਮ ਕਰਦਾ ਹੈ ਉਸ ਪ੍ਰੋਪਰਟੀ ਦੇ ਉੱਤੇ, ਅਗਰ ਬਾਈ ਚਾਂਸ ਉਹਦੀ ਜਿਹੜੀ ਡੈਥ ਹੋ ਜਾਂਦੀ, ਇਤਰਾਜ਼ਕਰਤਾ ਦੀ ਅਗਰ ਡੈਥ ਹੋ ਜਾਂਦੀ ਹੈ, ਤਾਂ ਜਿਹੜੇ ਉਹਦੇ ਲੀਗਲ ਰਿਪਰੈਜ਼ੈਂਟੇਟਿਵ ਹੈਗੇ ਆ ਉਹ ਉਹਦੀ ਡੈਥ ਹੋਣ ਤੋਂ ਬਾਅਦ ਆ ਕੇ ਅੱਗੇ ਇਸ ਨੂੰ ਆਬਜੈਕਸ਼ਨਸ ਨੂੰ ਦਾਅਵਿਆਂ ਨੂੰ ਆਪਣਿਆਂ ਨੂੰ ਚਲਾ ਸਕਦੇ ਹੈਗੇ ਆ, ਇਤਰਾਜ਼ ਕਰ ਸਕਦੇ ਜਾਰੀ। ਨੰਬਰ 3 ਹੈ ਜੀ ਸਬਸੈਕਸ਼ਨ ਐਵਰੀ ਸੱਚ ਕਲੇਮ ਔਰ ਆਬਜੈਕਸ਼ਨ ਸ਼ੈਲ ਬੀ ਇਨਕੁਆਇਰਡ ਇਨਟੂ ਬਾਈ ਦੀ ਕੋਰਟ ਇਨ ਵਿਚ ਇਟ ਇਜ਼ ਪ੍ਰੈਫਰਡ ਔਰ ਮੇਡ। ਹੁਣ ਇਹਦੇ ਵਿੱਚ ਸਾਨੂੰ ਦੱਸਿਆ ਕਿ ਵੀ ਜਿਸ ਵੀ ਅਦਾਲਤ ਦੇ ਵਿੱਚ ਇਹ ਹੁਕਮ ਹੋਇਆ ਜਾਂ ਕੁਰਕੀ ਹੋ ਰਹੀ ਆ ਤਾਂ ਉਹ ਜਿਹੜੀ ਅਦਾਲਤ ਹੈਗੀ ਆ ਉਹ ਜਿਹੜੇ ਇਤਰਾਜ਼ ਕੀਤੇ ਕਿਸੇ ਵਿਅਕਤੀ ਨੇ ਉਹਨਾਂ ਨੂੰ ਪ੍ਰੋਪਰ ਤਰੀਕੇ ਦੇ ਨਾਲ ਇਨਕੁਆਇਰ ਕਰੇਗੀ, ਉਹਦੀ ਛਾਣਬੀਨ ਕਰੇਗੀ। ਪ੍ਰੋਵਾਈਡਡ ਦੈਟ ਇਫ ਇਟ ਇਜ਼ ਪ੍ਰੈਫਰਡ ਔਰ ਮੇਡ ਇਨ ਦ ਕੋਰਟ ਆਫ ਅ ਜੁਡੀਸ਼ੀਅਲ ਮੈਜਿਸਟ੍ਰੇਟ he may make it over for disposal to any magistrate subordinate to him। ਕਹਿੰਦੇ ਬਸ਼ਰਤੇ ਕਿ ਜੇਕਰ ਕੋਈ ਜਿਹੜਾ ਇਤਰਾਜ਼ ਹੈ ਜਾਂ ਕੋਈ ਇਤਰਾਜ਼ਕਰਤਾ ਕੋਈ ਹੈਗਾ ਅਗਰ ਉਹਦਾ ਜਿਹੜਾ ਹੁਕਮ ਹੈਗਾ ਉਹ ਚੀਫ ਜੁਡੀਸ਼ੀਅਲ ਮੁੱਖ ਨਿਆਂਧੀਸ਼ ਵੱਲੋਂ ਕੀਤਾ ਜਾਂਦਾ ਹੈਗਾ
ਤਾਂ ਉਹਦਾ ਜਿਹੜਾ ਡਿਸਪੋਜ਼ਲ ਹੈਗੀ ਆ ਉਹਦੇ ਵਾਸਤੇ ਉਹ ਕਿਸੇ ਆਪਣੇ ਜਿਹੜਾ ਕੋਈ ਥੱਲੇ ਉਹਦੇ ਕੋਈ ਕੰਮ ਕਰ ਰਿਹਾ ਕੋਈ ਜੁਡੀਸ਼ੀਅਲ ਮੈਜਿਸਟਰੇਟ ਜਾਂ ਐਨੀ ਮੈਜਿਸਟਰੇਟ ਦੀ ਡਿਊਟੀ ਲਾ ਸਕਦਾ, ਉਹ ਉਹਦੀ ਸੁਣਵਾਈ ਕਰ ਸਕਦਾ ਹੈਗਾ। ਨੰਬਰ 4 ਹੈ ਜੀ ਸਾਡੇ ਕੋਲ ਸਬਸੈਕਸ਼ਨ ਐਨੀ ਪਰਸਨ whose claim or objection has been disallowed। ਕਹਿੰਦਾ ਹੁਣ ਉਹ ਵਿਅਕਤੀ ਜੇਕਰ ਕੋਈ ਹੁਣ ਕੋਈ ਵਿਅਕਤੀ ਜਿਹੜਾ ਕੋਈ ਹੈਗਾ ਜਾ ਕੇ ਉੱਥੇ ਕੋਰਟ ਵਿੱਚ ਦਾਅਵਾ ਕਰ ਕਲੇਮ ਕਰਦਾ ਕਿ ਇਹ ਤਾਂ ਇਹਦੇ 'ਚ ਮੇਰਾ ਵੀ ਹਿੱਸਾ ਹੈਗਾ, ਕਹਿੰਦਾ ਉਹ ਡਿਸਅਲਾਉ ਹੋ ਜਾਂਦੀ, ਉਹਨੂੰ ਨਾ ਮਨਜ਼ੂਰ ਕਰ ਦਿੱਤਾ ਜਾਂਦਾ ਹੈ, ਉਹਦੇ ਕੁਝ ਪਾਰਟ ਨੂੰ ਜਾਂ ਸਾਰੇ ਜਿਹੜਾ ਉਹਦਾ ਹਿੱਸਾ ਉਹਨੂੰ in whole or in part by an order under subsection 1 may within a period of 1 year from the date of such order institute a suit to establish the right which he claims in respect of the property in dispute, but subject to the result of such suit, if any, the order shall be conclusive। ਤਾਂ ਹੁਣ ਇਹਦੇ ਵਿੱਚ ਸਾਨੂੰ ਇਹ ਦੱਸਿਆ ਗਿਆ ਕਿ ਅਗਰ ਕਿਸੇ ਵਿਅਕਤੀ ਦਾ ਜਿਹੜਾ ਕੋਈ ਆਬਜੈਕਟਰ ਹੈ, ਇਤਰਾਜ਼ ਕਰਤਾ, ਅਗਰ ਉਹਦਾ ਕੋਈ ਇਤਰਾਜ਼ ਜਿਹੜਾ ਹੈਗਾ ਖਾਰਜ ਕਰ ਦਿੱਤਾ ਜਾਂਦਾ, ਉਹਦੇ ਕੁਝ ਹਿੱਸਾ ਖਾਰਜ ਕਰਤਾ ਜਾਂਦਾ ਜਾਂ ਪੂਰੀ ਦਾ ਪੂਰਾ ਖਾਰਜ ਕਰ ਦਿੱਤਾ ਜਾਂਦਾ, ਤਾਂ ਜਿਸ ਤਰੀਕ ਨੂੰ ਉਹ ਹੁਕਮ ਹੋਇਆ ਇਤਰਾਜ਼ਕਰਤਾ ਦੇ ਖਿਲਾਫ ਉਸ ਦੇ 1 ਸਾਲ ਦੇ ਅੰਦਰ ਅੰਦਰ ਉਹ ਦੀਵਾਨੀ ਮੁਕੱਦਮਾ ਦੀਵਾਨੀ ਅਦਾਲਤ ਵਿੱਚ ਜਾ ਕੇ ਪਾ ਸਕਦਾ ਹੈ ਅਤੇ ਜੋ ਵੀ ਉਹ ਹੁਕਮ ਹੋਏਗਾ ਉਹ ਪੂਰਾ ਮੰਨਿਆ ਜਾਏਗਾ, ਸਹੀ ਮੰਨਿਆ ਜਾਏਗਾ। ਹੁਣ ਇਸ ਤੋਂ ਅੱਗੇ ਆ ਗਿਆ ਜੀ ਸਾਡੇ ਕੋਲ ਸੈਕਸ਼ਨ 85 ਹੈ ਜੀ। ਹੁਣ ਇਹਦੇ ਵਿੱਚ ਰਿਲੀਜ਼ ਹੈ, ਸੇਲ ਹੈ, ਰੈਸਟੋਰੇਸ਼ਨ ਆਫ ਦੀ ਅਟੈਚਡ ਪ੍ਰੋਪਰਟੀ, ਤੇ ਜਿਹੜੀ ਹੁਣ ਕੁਰਕ ਹੋਈ ਜਿਹੜੀ ਪ੍ਰੋਪਰਟੀ ਉਹਦੀ ਬਹਾਲੀ ਜਾਂ ਮੋੜਿਆ ਜਾਣਾ ਜਾਂ ਉਹਦੀ ਜਿਹੜੀ ਸੇਲ ਹੈਗੀ ਉਹਨੂੰ ਵੇਚਿਆ ਕਿੱਦਾਂ ਜਾ ਸਕਦਾ ਹੈਗਾ, ਤਾਂ ਉਹਦੇ ਬਾਰੇ ਨੂੰ ਅਸੀਂ ਪੜਾਂਗੇ ਸੈਕਸ਼ਨ 'ਚ। ਸੈਕਸ਼ਨ 85 ਹੈ ਜੀ, ਰਿਲੀਜ਼, ਸੇਲ ਐਂਡ ਰੈਸਟੋਰੇਸ਼ਨ ਆਫ ਦੀ ਅਟੈਚਡ ਪ੍ਰੋਪਰਟੀ। ਸਬਸੈਕਸ਼ਨ 1 ਹੈ ਜੀ, ਕਹਿੰਦਾ ਇਫ ਦੀ ਪ੍ਰੋਕਲੇਮਡ ਪਰਸਨ appears within the time specified in the proclamation, the court shall make an order releasing the property from the attachment। अगर इश्तिहारी व्यक्ति जिहदी प्रॉपर्टी कुर्क हो रही है, अगर वो व्यक्ति दिते हुए टाइम दे विच जो कि घोषणा दे विच दिता होया सी टाइम कि तू आके पेश हो, अगर वो पेश हो जाता है तो ਉਹਦੀ ਜਿਹੜੀ ਕੁਰਕੀ ਵਾਲੀ ਜਿਹੜੀ प्रॉपर्टी ਉਹ बहाल कर ਦਿੱਤੀ ਜਾਂਦੀ ਹੈ, वापस कर ਦਿੱਤੀ ਜਾਂਦੀ ਹੈ। नंबर 2 सबसैक्शन है कहता जी इफ द प्रोक्लेम्ड परसन डज नॉट अपीयर, जेकर कहता हुण ये आ जाए कि अगर वो जिहड़ा इश्तिहारी व्यक्ति वो पेश नहीं हुंदा फिर की होएगा। विद इन द टाइम स्पैसीफाइड इन द प्रोक्लामेशन, जो घोषणा दे विच जो इश्तिहार दे विच जिहड़ा समा दिता गया सी अगर उहदे विच पेश नहीं हुंदा हैगा, द प्रॉपर्टी अंडर द अटैचमेंट शैल बी एट द डिस्पोजल ऑफ द स्टेट गवर्नमेंट। ਤਾਂ ਜਿਹੜੀ ਪ੍ਰੋਪਰਟੀ ਹੋਏਗੀ ਉਹ ਸਟੇਟ ਗੌਰਮੈਂਟ ਦੇ ਕੋਲ ਰਹੇਗੀ ਤਦ ਤੱਕ, ਬਟ ਇਟ ਸ਼ੈਲ ਨੋਟ ਬੀ ਸੋਲਡ ਅਨਟਿਲ ਦੀ ਐਕਸਪਾਇਰੇਸ਼ਨ ਆਫ 6 months from the date of the attachment until any claim preferred or objection made under section 84 has been disposed of under this that section। ਕਹਿੰਦਾ ਤਦ ਤੱਕ 6 ਮਹੀਨਿਆਂ ਦੇ ਲਈ ਜਿਹੜੀ ਉਹ ਪ੍ਰੋਪਰਟੀ ਬਿਲਕੁਲ ਸੇਲ ਨਹੀਂ ਹੋਏਗੀ, ਜਾਂ ਜਦ ਤੱਕ ਕਿ ਉਹਦੇ ਬਾਰੇ ਅਗਰ ਕੋਈ ਇਤਰਾਜ਼ ਜਿਹੜਾ ਸੈਕਸ਼ਨ 84 ਦੇ ਵਿੱਚ ਆਇਆ ਹੋਇਆ ਹੈਗਾ ਅਗਰ ਕੋਈ ਹੁੰਦਾ ਹੈ ਜਾਂ ਕੋਈ ਦਾਅਵਾ ਕੀਤਾ ਜਾਂਦਾ ਕਿ ਪ੍ਰੋਪਰਟੀ ਹੈ ਕਿਸੇ ਦੀ ਤਾਂ ਉਹ ਨਹੀਂ ਵੇਚੀ ਜਾਏਗੀ ਤਦ ਤੱਕ ਉਹਦਾ ਫੈਸਲਾ ਨਹੀਂ ਹੁੰਦਾ। ਅਨਲੈਸ ਇਟ ਇਜ਼ ਸਬਜੈਕਟ ਟੂ ਸਪੀਡੀ ਐਂਡ ਨੈਚੁਰਲ ਡੀਕੇ or the court considered that the sale would be for the benefit of the owner, in either of which cases the court may cause it to be sold wherever it thinks fit। ਤਾਂ ਅਗਰ ਕੋਈ ਜਿਹੜੀ ਕੁਰਕੀ ਵਾਲੀ ਪ੍ਰੋਪਰਟੀ ਹੈਗੀ ਆ ਉਹ ਅਗਰ ਉਸ ਨੂੰ ਨੈਚੁਰਲ ਤਰੀਕੇ ਦੇ ਨਾਲ ਉਹ ਜਿਹੜਾ ਖਰਾਬ ਹੋ ਜੇਕਰ ਉਹ ਖਰਾਬ ਹੋ ਸਕਦੀ ਹੈਗੀ ਆ ਪ੍ਰੋਪਰਟੀ, ਤਾਂ ਉਹ ਜਾਂ ਕੋਈ ਇਹੋ ਜਿਹੀ ਪ੍ਰੋਪਰਟੀ ਹੈ ਕਿ ਜੇਕਰ ਰੱਖੀ ਜਾਵੇ ਜ਼ਿਆਦਾ ਦੇਰ ਤੋਂ ਖਰਾਬ ਹੋ ਸਕਦੀ ਹੈ ਤਾਂ ਉਹਨੂੰ ਵੇਚਿਆ ਜਾਵੇਗਾ। ਪਰ ਇਹ ਖਿਆਲ ਰੱਖਿਆ ਜਾਵੇਗਾ ਕਿ ਉਹਦੇ ਵਿੱਚ ਜਿਹੜਾ ਮਾਲਕ ਹੈਗਾ ਪ੍ਰੋਪਰਟੀ ਦਾ ਉਹਦਾ ਫਾਇਦਾ ਹੋਣਾ ਚਾਹੀਦਾ ਹੈਗਾ, ਜਿਸ ਤਰ੍ਹਾਂ ਕੋਰਟ ਠੀਕ ਸਮਝੇ। ਸਬਸੈਕਸ਼ਨ 3 ਹੈ ਜੀ, ਕਹਿੰਦਾ ਇਫ ਵਿਦਿਨ 2 years, ਕਹਿੰਦਾ ਅਗਰ 2 ਸਾਲਾਂ ਦੇ ਵਿੱਚ ਫਰੋਮ ਦੀ ਡੇਟ ਆਫ ਦੀ ਅਟੈਚਮੈਂਟ, ਕੁਰਕੀ ਦਾ ਜਿਹੜਾ ਸਮਾਂ ਹੈਗਾ ਉਸ ਤੋਂ ਬਾਅਦ, ਫਰੋਮ ਦੀ ਡੇਟ ਆਫ ਦੀ ਅਟੈਚਮੈਂਟ ਐਨੀ ਪਰਸਨ ਹੂਜ਼ ਪ੍ਰੋਪਰਟੀ ਇਜ਼ ਔਰ ਹੈਜ਼ ਬੀਨ ਐਟ ਦੀ ਡਿਸਪੋਜ਼ਲ ਆਫ ਦੀ ਸਟੇਟ ਗੌਰਮੈਂਟ, ਜੇਕਰ ਉਹ ਜਿਹੜੀ ਪ੍ਰੋਪਰਟੀ ਹੈਗੀ ਉਹਦੀ ਅਗਰ ਉਹ ਸਰਕਾਰ ਰਾਜ ਸਰਕਾਰ ਦੇ ਪ੍ਰਵਾਨਗੀ ਤੇ ਡਿਪੈਂਡ ਕਰਦੀ ਹੈਗੀ ਆ ਅੰਡਰ ਸਬਸੈਕਸ਼ਨ 2, ਸਬਸੈਕਸ਼ਨ 2 ਦੇ ਤਹਿਤ ਅਪੀਅਰਸ ਵੋਲੰਟੈਰੀਲੀ ਔਰ ਇਜ਼ ਐਪਰੀਹੈਂਡਡ ਐਂਡ ਬ੍ਰੌਟ ਬਿਫੋਰ
ਬਾਈ whose order the property was attached। ਕਹਿੰਦਾ ਉਹ ਆਪਣੀ ਇੱਛਾ ਦੇ ਨਾਲ ਜਾਂ ਉਹ ਫੜਿਆ ਜਾਂਦਾ ਵਿਅਕਤੀ ਤੇ ਉਹਨੂੰ ਕੋਰਟ ਦੇ ਸਾਹਮਣੇ ਅਗਰ ਪੇਸ਼ ਕੀਤਾ ਜਾਂਦਾ ਜਿਸ ਨੇ ਪ੍ਰਾਪਰਟੀ ਨੂੰ ਅਟੈਚ ਕਰਨ ਦਾ ਹੁਕਮ ਕੀਤਾ ਹੋਇਆ ਔਰ ਦਾ ਕੋਰਟ ਟੂ ਵਿਚ ਸੱਚ ਕੋਰਟ ਇਜ਼ ਸਬਆਰਡੀਨੇਟ ਜਾਂ ਉਸ ਦੇ ਮਤਹਿਤ ਕਿ ਅਗਰ ਕੋਈ ਕੋਰਟ ਹੈਗੀ ਹੈ ਐਂਡ ਪ੍ਰੂਵਸ ਟੂ ਦੀ ਸੈਟਿਸਫੈਕਸ਼ਨ ਆਫ ਸੱਚ ਕੋਰਟ ਦੈਟ ਹੀ ਡਿਡ ਨੋਟ abscond or conceal himself for the purpose of providing execution of the warrant ਅਤੇ ਉਹ ਇਹ ਕੋਰਟ ਨੂੰ ਪ੍ਰੂਵ ਕਰ ਦਿੰਦਾ ਸਿੱਧ ਕਰ ਦਿੰਦਾ ਹੈ ਕਿ ਉਹ ਜਾਣ ਬੁੱਝ ਕੇ ਕੋਰਟ ਦੇ ਵਾਰੰਟ ਜਿਹੜੇ ਗ੍ਰਿਫਤਾਰੀ ਦੇ ਉਹਨਾਂ ਤੋਂ ਬਚਦੇ ਖਾਤਰ ਨਹੀਂ ਲੁਕਿਆ ਛੁਪਿਆ ਸੀਗਾ ਐਂਡ ਦੈਟ ਹੀ ਹੈਡ ਨੋਟ ਸੱਚ ਨੋਟਿਸ ਆਫ ਦੀ ਪ੍ਰੋਕਲਾਮੇਸ਼ਨ ਐਜ਼ ਟੂ ਇਨੇਬਲ ਹਿਮ ਟੂ ਅਟੈਂਡ ਵਿਦ ਇਨ ਦੀ ਟਾਈਮ ਸਪੈਸੀਫਾਈਡ ਦੇਅਰ ਇਨ ਸੱਚ ਪ੍ਰੋਪਰਟੀ ਔਰ ਇਫ ਦ ਸੇਮ ਹੈਜ਼ ਬੀਨ ਸੋਲਡ ਅਗਰ ਕਹਿੰਦਾ ਉਹ ਵਿਅਕਤੀ ਜਿਹੜਾ ਕਿ ਜਿਹਦੇ ਖਿਲਾਫ ਕੁਰਕੀ ਹੋਈ ਵੀ ਅਗਰ ਉਹ ਆ ਕੇ ਕੋਰਟ ਦੇ ਵਿੱਚ ਇਹ ਸਾਬਤ ਕਰ ਦਿੰਦਾ ਹੈਗਾ ਕਿ ਜੀ ਉਹਨੂੰ ਜਿਹੜੀ ਇਸ਼ਤਿਹਾਰ ਜਿਹੜਾ ਹੋਇਆ ਸੀ ਉਹਦੇ ਬਾਰੇ ਉਹਨੂੰ ਨਹੀਂ ਪਤਾ ਲੱਗਿਆ ਜਾਂ ਨਹੀਂ ਪਤਾ ਸੀ ਕਿ ਉਹਨੇ ਕਿਸ ਵਕਤ ਆ ਕੇ ਕੋਰਟ 'ਚ ਪੇਸ਼ ਹੋਣਾ ਹੈ ਸੱਚ ਪ੍ਰੋਪਰਟੀ ਔਰ ਇਫ ਦ ਸੇਮ ਹੈਜ਼ ਬੀਨ ਸੋਲਡ ਅਗਰ ਉਹ ਜੇਕਰ ਪ੍ਰੋਪਰਟੀ ਵੇਚ ਦਿੱਤੀ ਗਈ ਹੈਗੀ ਹੈ ਕੋਈ ਇਸ ਤਰ੍ਹਾਂ ਦੀ ਪ੍ਰੋਪਰਟੀ ਹੈਗੀ ਹੈ ਦ ਨੈਟ ਪ੍ਰੋਸੀਡਸ ਆਫ ਦੀ ਸੇਲ ਔਰ ਇਫ ਪਾਰਟ ਓਨਲੀ ਦੇਅਰਆਫ ਹੈਜ਼ ਬੀਨ ਸੋਲਡ ਜਾਂ ਕੁਛ ਹਿੱਸਾ ਜਾਂ ਪੂਰਾ ਹਿੱਸਾ ਵੇਚ ਦਿੱਤਾ ਜਾਂਦਾ ਹੈ ਦ ਨੈਟ ਪ੍ਰੋਸੀਡਸ ਆਫ ਦੀ ਸੇਲ ਐਂਡ ਦੀ ਰੈਜ਼ੀਡਿਊ ਆਫ ਦੀ ਪ੍ਰੋਪਰਟੀ shall after satisfying therefrom all costs incurred in consequence of the attachment be delivered to him ਤਾਂ ਜੋ ਵੀ ਉਸ ਪ੍ਰਾਪਰਟੀ ਦੇ ਸੇਲ ਕਰਨ ਲੱਗਿਆ ਜੋ ਵੀ ਕੁਝ ਬਚਿਆ ਹੋਏਗਾ ਉਹ ਉਸ ਵਿਅਕਤੀ ਨੂੰ ਦੇ ਦਿੱਤਾ ਜਾਏਗਾ ਜੇਕਰ ਉਹ ਸਾਬਤ ਕਰਦਾ ਹੈ ਤਾਂ ਉਹਨਾਂ ਦੇ ਸੈਕਸ਼ਨ 86 ਹੈ ਜੀ ਸਾਡੇ ਕੋਲ ਧਾਰਾ ਅਪੀਲ ਉਹਨੇ ਦੇ ਵਿੱਚ ਜੇਕਰ ਕੁਰਕੀ ਦੇ ਵਿੱਚ ਅਗਰ ਕੋਈ ਆਬਜੈਕਟ ਕੋਈ ਇਤਰਾਜ਼ ਕਰਤਾ ਹੈ ਅਗਰ ਉਹਦਾ ਕੋਈ objection ਖਾਰਜ ਹੋ ਜਾਂਦਾ ਤਾਂ ਉਹਦੀ ਜਿਹੜੀ ਅਪੀਲ ਹੈਗੀ ਉਹ ਕਿਸ ਤਰ੍ਹਾਂ ਕਰੇਗਾ ਉਹ ਸਾਨੂੰ ਸੈਕਸ਼ਨ 86 ਦੇ ਵਿੱਚ ਦੱਸਿਆ ਗਿਆ ਹੈਗਾ ਕਹਿੰਦਾ ਅਪੀਲ ਫਰੋਮ ਆਰਡਰ ਰਿਜੈਕਟਿੰਗ ਐਪਲੀਕੇਸ਼ਨ ਫਾਰ ਰੈਸਟੋਰੇਸ਼ਨ ਆਫ ਅਟੈਚਡ ਪ੍ਰੋਪਰਟੀ ਤਾਂ ਹੁਣ ਇਹਦੇ ਵਿੱਚ ਦੱਸਿਆ ਗਿਆ ਜੀ ਕਿ ਜੇਕਰ ਪ੍ਰੋਪਰਟੀ ਜਿਹੜੀ ਬਹਾਲ ਕਰਨ ਦੇ ਲਈ ਜੇਕਰ ਉਹਨੇ ਕੋਈ ਐਪਲੀਕੇਸ਼ਨ ਦਿੱਤੀ ਸੀ ਪਰ ਉਹਦੀ ਰਿਜੈਕਟ ਹੋ ਗਈ ਹੈ ਤਾਂ ਉਹ ਵਿਅਕਤੀ ਕਿੱਥੇ ਜਾਏਗਾ ਐਨੀ ਪਰਸਨ ਕਹਿੰਦਾ ਕੋਈ ਵੀ ਵਿਅਕਤੀ ਰੈਫਰ ਟੂ ਇਨ ਸਬ ਸੈਕਸ਼ਨ 3 ਜੋ ਕਿ ਸਬ ਸੈਕਸ਼ਨ 3 ਦੇ ਵਿੱਚ ਜਿਹੜਾ ਰੈਫਰ ਕੀਤਾ ਗਿਆ ਹੋਇਆ ਹੈਗਾ ਜੇਕਰ ਉਹ ਆ ਕੇ ਪੇਸ਼ ਹੋ ਕੇ ਕਹਿ ਦਿੰਦਾ ਹੈਗਾ ਸਾਰਾ ਕੁਝ ਦੱਸ ਦਿੰਦਾ ਕੋਰਟ ਨੂੰ ਸੈਟੀਸਫਾਈ ਕਰਦਾ ਹੈਗਾ who is aggravated by any refusal to deliver property or the proceeds of the sale thereof may appeal to the court to which appeals ordinarily lie from the sentence of the first mentioned court ਤਾਂ ਉਹ ਵਿਅਕਤੀ ਹੁਣ ਇਹਦੇ ਵਿੱਚ ਸਾਨੂੰ ਸਾਫ਼ ਦੱਸਿਆ ਗਿਆ ਇਸ ਸਬ ਸੈਕਸ਼ਨ ਦੇ ਵਿੱਚ ਕਿ ਅਗਰ ਉਹ ਵਿਅਕਤੀ ਜਿਹੜਾ ਸਬ ਸੈਕਸ਼ਨ 3 ਦੇ ਵਿੱਚ ਜਿਹੜਾ ਕਿ ਜਿਹਨੇ ਆ ਕੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਮੈਨੂੰ ਨਹੀਂ ਪਤਾ ਲੱਗਿਆ ਕਿ ਕਦੋਂ ਇਸ਼ਤਿਹਾਰ ਛਪਿਆ ਜਾਂ ਮੈਨੂੰ ਵਾਰੰਟ ਗ੍ਰਿਫਤਾਰੀ ਨਹੀਂ ਮਿਲੇ ਤਾਂ ਮੈਨੂੰ ਨਹੀਂ ਪਤਾ ਲੱਗਿਆ ਮੈਂ ਕਿਹੜੇ ਵੇਲੇ ਕੋਰਟ 'ਚ ਪੇਸ਼ ਹੋਣਾ ਹੈ ਤਾਂ ਉਹ ਵਿਅਕਤੀ ਜੇਕਰ ਉਹਦਾ ਕੋਈ ਨੁਕਸਾਨ ਹੁੰਦਾ ਹੈਗਾ ਸੇਲ ਹੋਣ ਤੋਂ ਬਾਅਦ ਤਾਂ ਉਹ ਵਿਅਕਤੀ ਜਿਹੜਾ ਆਪਣੀ ਉਸ ਦੀ ਜਿਹੜੀ ਅਪੀਲ ਹੈਗੀ ਆ ਉਹ ਉਸ ਤੋਂ ਜਿਹੜੀ ਕੋਰਟ ਹੈਗੀ ਆ ਜਿਹਨੇ ਇਹ ਇਸ਼ੂ ਕੀਤੇ ਹੈਗੇ ਕੁਰਕੀ ਦੇ ਵਾਰੰਟ ਉਹਦੇ ਵੱਲੋਂ ਜਿਸ ਦੇ ਵਿੱਚ ਉਸ ਕੋਰਟ ਵੱਲੋਂ ਆਮ ਤੌਰ ਦੇ ਉੱਤੇ ਸਜ਼ਾ ਦੇ ਖਿਲਾਫ ਜਿਹੜੇ ਜਿਸ ਕੋਰਟ ਦੇ ਵਿੱਚ ਜਾ ਕੇ ਅਪੀਲਾਂ ਦਾਇਰ ਹੁੰਦੀਆਂ ਤਾਂ ਉਹ ਉਸ ਕੋਰਟ ਵਿੱਚ ਜਾ ਕੇ ਆਪਣੀ ਅਪੀਲ ਦਾਇਰ ਕਰੇਗਾ ਇਸ ਤਰੀਕੇ ਦੇ ਨਾਲ ਜੀ ਸਾਡਾ ਜਿਹੜਾ ਹੈਗਾ ਸੈਕਸ਼ਨ 84 ਤੋਂ ਲੈ ਕੇ 86 ਤੱਕ ਕੰਪਲੀਟ ਹੋਇਆ ਜੀ ਥੈਂਕਸ ਟੂ ਆਲ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ